ਬੁੱਤ ਹਮੇਸ਼ਾ ਉਹਨਾਂ ਦੇ ਲੱਗਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਹੁੰਦਾ ਹੈ ਤੇ ਸਮਾਜ ਵੀ ਮੋੜਵੇਂ ਰੂਪ 'ਚ ਉਹਨਾਂ ਨੂੰ ਯਾਦ ਕਰਦਾ ਹੈ। ਉਰਮਿਲ ਕੁਮਾਰੀ ਜੀ ਨੇ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ, ਆਪਣੀ ਪੂੰਜੀ ਵੀ ਲੋਕਾਂ ਦੇ ਲੇਖੇ ਲਾਈ। ਉਰਮਿਲਾ ਕੁਮਾਰੀ ਨੇ ਕੋਈ ਗਾਂ ਪ੍ਰਮੋਸ਼ਨਾਂ ਕੋਈ ਤਰੱਕੀਆਂ ਨਹੀਂ ਲਈਆਂ, ਕੁਛ ਨਹੀਂ। ਉਹ ਪ੍ਰਾਇਮਰੀ ਸਕੂਲ 'ਚ ਪੜ੍ਹਾਉਂਦੇ ਰਹੇ। ਮੈਨੂੰ ਕਹਿੰਦੇ ਕੁਲਦੀਪ ਜੇ ਮੇਰੇ ਅੰਤਲੇ ਸਵਾਸ ਨਿਕਲਣ ਤਾਂ ਮੇਰੀ ਦਿਲੀ ਇੱਛਾ ਮੈਂ ਕਿਸੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਹੀ ਕਹਿੰਦਾ ਮੇਰੀ ਡੈਥ ਹੋਵੇ। ਇਸ ਪਿੰਡ 'ਚ ਉਹਨਾਂ ਨੇ 15 ਸਾਲ ਇਸ ਸਕੂਲ 'ਚ ਉਹਨਾਂ ਨੇ ਪੜ੍ਹਾਇਆ ਤੇ ਪੰਚਾਇਤ ਇੰਨੀ ਖੁਸ਼ ਸੀ ਕਿ ਉਹਨਾਂ ਨੇ ਕਿਹਾ ਮੈਡਮ ਹੁਣ ਤੁਸੀਂ ਰਿਟਾਇਰ ਹੋ ਰਹੇ, ਤੁਹਾਡੇ ਲਈ ਕੁਝ ਕਰਨਾ ਚਾਹੁੰਦੇ ਹਾਂ। ਤੇ ਇਹਨਾਂ ਨੇ ਕਿਹਾ ਮੈਨੂੰ ਥੋੜੀ ਜਿਹੀ ਜ਼ਮੀਨ ਦੇ ਦਿਓ, ਮੈਂ ਕੁਝ ਸੋਸ਼ਲ ਵਰਕ ਕਰਾਂਗੀ। ਤੇ ਉਹਨਾਂ ਨੇ ਇਹ ਜ਼ਮੀਨ ਦਿੱਤੀ ਤੇ ਉਹਨਾਂ ਨੇ ਜੋ ਰਿਟਾਇਰਮੈਂਟ ਦੇ ਜਿੰਨੇ ਪੈਸੇ ਸੀ ਜਾਂ ਘਰ ਕੁਝ ਜੁੜਿਆ ਸੀ ਉਹਨਾਂ ਨੇ ਲਾ ਕੇ ਬਿਲਡਿੰਗ ਖੜੀ ਕਰਨੀ ਸ਼ੁਰੂ ਕਰ ਦਿੱਤੀ। ਉਰਮਿਲ ਜੀ ਇੱਕ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਭਲੇ ਲਈ ਲਗਾਈ ਹੈ ਜੀ। ਉਹਨਾਂ ਨੇ ਆਪਣਾ ਸਾਰਾ ਜੀਵਨ ਬੜਾ ਸਿੰਪਲ ਔਰ ਬਹੁਤ ਮਤਲਬ ਕਿ ਸਾਦਗੀ ਦਾ ਭਰਿਆ ਜੀਵਨ ਸੀ ਉਹਨਾਂ ਦਾ। ਜਦੋਂ ਸ਼ੁਰੂ ਹੋਇਆ ਉਹਦਾ ਤੇ ਹਾਲ ਸੀ ਔਰ 2 ਕਮਰੇ ਸੀ ਔਰ ਉਦੋਂ 12-13 ਬ੍ਰਿਧ ਸੀਗੇ, ਜਿਸ 'ਚ ਉਹ ਬ੍ਰਿਧ ਖੁਦ ਹੀ ਵਿਚਾਰੇ ਰੋਟੀ ਪਕਾ ਰਹੇ, ਖੁਦ ਹੀ ਆਪਣਾ ਖਿਆਲ ਕਰ ਰਹੇ ਸੀ। ਫਿਰ ਜੋ ਜਨਤਾ ਜੁੜਦੀ ਗਈ ਅਸੀਂ ਕਮਰੇ ਹੋਰ ਬਣਾਏ ਤੇ ਸਾਰਿਆਂ ਨੂੰ ਇੱਕ ਕਮਰੇ 2 ਜਣੇ ਅਟੈਚਡ ਬਾਥਰੂਮ ਨਾਲ ਸ਼ਿਫਟ ਕਰਾਇਆ। ਸਭ ਤੋਂ ਵੱਡਾ ਅਧਿਆਪਕ ਉਹ ਹੁੰਦਾ ਹੈ ਜੋ ਸਮਾਜ ਦਾ ਰਾਹ ਦਰਸਾਵਾ ਹੁੰਦਾ ਹੈ ਤੇ ਸਮਾਜ ਹਮੇਸ਼ਾ ਅਜਿਹੇ ਅਧਿਆਪਕਾਂ ਨੂੰ ਸਲਾਮ ਕਰਦਾ ਹੈ। ਪ੍ਰੋ ਪੰਜਾਬ ਟੀਵੀ ਵੀ ਉਰਮਿਲ ਕੁਮਾਰੀ ਨੂੰ ਸਲਾਮ ਕਰਦਾ ਕਿਉਂਕਿ ਇਸ ਅਧਿਆਪਕਾਂ ਨੇ ਰਿਟਾਇਰ ਹੋਣ ਤੋਂ ਬਾਅਦ ਆਪਣੀ ਸਾਰੀ ਕਮਾਈ, ਸਾਰੀ ਪੂੰਜੀ ਬਿਰਧ ਆਸ਼ਰਮ ਨੂੰ ਦੇ ਦਿੱਤੀ। ਅੱਜ ਚੌਰਾ ਪਿੰਡ ਦੇ ਲੋਕ ਬੁੱਤ ਲਗਾ ਰਹੇ ਨੇ ਉਰਮਿਲ ਕੁਮਾਰੀ ਦਾ, ਜਿਸ ਨੇ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ। ਅੱਜ ਉਹਨਾਂ ਦੇ ਬੁੱਤ ਦਾ ਉਦਘਾਟਨ ਹੋ ਰਿਹਾ ਹੈ। ਬੁੱਤ ਹਮੇਸ਼ਾ ਉਹਨਾਂ ਦੇ ਲੱਗਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਹੁੰਦਾ ਹੈ ਤੇ ਸਮਾਜ ਵੀ ਮੋੜਵੇਂ ਰੂਪ 'ਚ ਉਹਨਾਂ ਨੂੰ ਯਾਦ ਕਰਦਾ ਹੈ। ਉਰਮਿਲ ਕੁਮਾਰੀ ਜੀ ਨੇ ਆਪਣੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਈ, ਆਪਣੀ ਪੂੰਜੀ ਵੀ ਲੋਕਾਂ ਦੇ ਲੇਖੇ ਲਾਈ। ਅੱਜ ਉਹਨਾਂ ਦੇ ਬੁੱਤ ਦਾ ਉਦਘਾਟਨ ਹੋਇਆ। ਰਾਸ਼ਟਰਪਤੀ ਅਵਾਰਡੀ ਸੀ ਔਰ ਲਗਾਤਾਰ ਕੰਮ ਕਰਦੇ ਰਹੇ ਔਰ ਲਗਾਤਾਰ ਸਮਾਜ ਦੇ ਲਈ ਸਰਗਰਮ ਰਹੇ। ਸਾਡੇ ਨਾਲ ਜੋ ਟਰਸਟ ਬਣਿਆ ਹੋਇਆ ਇੱਥੇ ਅੱਜ ਉਹਨਾਂ ਦੇ ਬੁੱਤ ਦਾ ਉਦਘਾਟਨ ਹੋਇਆ। ਸਾਡੇ ਨਾਲ ਪ੍ਰਤਿਭਾ ਸ਼ਰਮਾ ਜੀ ਨੇ, ਸਾਡੇ ਨਾਲ ਸੇਠੀ ਸਾਹਿਬ ਨੇ, ਕਪੂਰ ਸਾਹਿਬ ਨੇ, ਰਘਵੀਰ ਜੀ ਨੇ, ਕੁਲਦੀਪ ਜੀ ਨੇ ਤੇ ਹੋਰ ਵੀ ਸਾਡੇ ਨਾਲ ਜਿਹੜੇ ਇੱਥੇ ਪਿੰਡ ਦੇ ਲੋਕ ਨੇ ਉਹ ਵੀ ਇੱਥੇ ਆ ਕੇ ਨਤਮਸਤਕ ਹੋ ਰਹੇ ਨੇ। ਔਰ ਅਸੀਂ ਇੱਕ ਐਗਜ਼ਾਮਪਲ ਵੀ ਅੱਜ ਅਧਿਆਪਕ ਦਿਵਸ ਦੇ ਉੱਤੇ ਉਹਨਾਂ ਅਧਿਆਪਕਾਂ ਦੇ ਲਈ ਜੋ ਅਜੇ ਭਰਤੀ ਹੋ ਰਹੇ ਨੇ ਜਾਂ ਹੋ ਚੁੱਕੇ ਨੇ ਕਿ ਕਿਵੇਂ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਨੂੰ ਕੁਝ ਦਿੱਤਾ ਹੁੰਦਾ। ਤਾਂ ਸਾਡੇ ਨਾਲ ਪ੍ਰਤਿਭਾ ਜੀ ਨੇ ਔਰ ਖੁਦ ਵੀ ਰਿਟਾਇਰਡ ਪ੍ਰਿੰਸੀਪਲ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਉਰਮਿਲ ਕੁਮਾਰੀ ਜੀ ਨੂੰ ਯਾਦ ਕੀਤਾ ਜਾ ਰਿਹਾ, ਅੱਜ ਉਹਨਾਂ ਦਾ ਬੁੱਤ ਲੱਗਿਆ ਹੈਗਾ। ਇੱਕ ਬੜੀ ਵੱਡੀ ਗੱਲ ਹੈ ਕਿ ਇੱਕ ਅਧਿਆਪਕ ਆ ਜਿਨ੍ਹਾਂ ਨੇ ਕੰਟਰੀਬਿਊਸ਼ਨ ਦਿੱਤਾ ਇੱਥੇ। ਕੀ ਇਹਨਾਂ ਦੀ ਸਟੋਰੀ ਹੈ? ਤੁਸੀਂ ਨਾਲ ਰਹੇ, ਕੰਮ ਕੀਤਾ ਔਰ ਕਿਵੇਂ ਇੱਥੇ ਰਹੇ ਇਸ ਪਿੰਡ 'ਚ? ਕਹਿੰਦੇ ਅਧਿਆਪਕ ਵੀ ਰਹੇ ਤੇ ਇਸੇ ਪਿੰਡ 'ਚ ਬਿਰਧ ਆਸ਼ਰਮ ਬਣਾਇਆ। ਇਸ ਪਿੰਡ 'ਚ ਉਹਨਾਂ ਨੇ 15 ਸਾਲ ਇਸ ਸਕੂਲ 'ਚ ਉਹਨਾਂ ਨੇ ਪੜ੍ਹਾਇਆ ਤੇ ਪੰਚਾਇਤ ਇੰਨੀ ਖੁਸ਼ ਸੀ ਕਿ ਉਹਨਾਂ ਨੇ ਕਿਹਾ ਮੈਡਮ ਹੁਣ ਤੁਸੀਂ ਰਿਟਾਇਰ ਹੋ ਰਹੇ, ਤੁਹਾਡੇ ਲਈ ਕੁਝ ਕਰਨਾ ਚਾਹੁੰਦੇ ਹਾਂ। ਤੇ ਇਹਨਾਂ ਨੇ ਕਿਹਾ ਮੈਨੂੰ ਥੋੜੀ ਜਿਹੀ ਜ਼ਮੀਨ ਦੇ ਦਿਓ, ਮੈਂ ਕੁਝ ਸੋਸ਼ਲ ਵਰਕ ਕਰਾਂਗੀ। ਤੇ ਉਹਨਾਂ ਨੇ ਇਹ ਜ਼ਮੀਨ ਦਿੱਤੀ ਤੇ ਉਹਨਾਂ ਨੇ ਜੋ ਰਿਟਾਇਰਮੈਂਟ ਦੇ ਜਿੰਨੇ ਪੈਸੇ ਸੀ ਜਾਂ ਘਰ ਕੁਝ ਜੁੜਿਆ ਸੀ ਉਹਨਾਂ ਨੇ ਲਾ ਕੇ ਬਿਲਡਿੰਗ ਖੜੀ ਕਰਨੀ ਸ਼ੁਰੂ ਕਰ ਦਿੱਤੀ। ਮੈਂ 2005 ਵਿੱਚ ਉਹਨਾਂ ਨਾਲ ਲੱਗ ਗਈ ਰਿਟਾਇਰ ਹੋ ਕੇ। ਮੈਂ ਕਿਹਾ ਚਲੋ ਆਪਾਂ ਕੁਝ ਨਾ ਕੁਝ ਮਿਲ ਕੇ ਕਰ ਲਾਂਗੇ। ਸੋ ਅਸੀਂ ਡੋਨੇਸ਼ਨਾਂ 'ਤੇ ਚਲਾ ਰਹੇ ਹਾਂ, ਸਾਨੂੰ ਕੋਈ ਸਰਕਾਰੀ ਸਹਾਇਤਾ ਨਹੀਂ ਹੈ। ਕਿਵੇਂ ਰਿਸਪੌਂਸ ਰਹਿੰਦਾ ਵੈਸੇ ਲੋਕਾਂ ਦਾ? ਇੱਥੇ ਆਉਂਦੇ ਆ ਲੋਕ, ਪਿੰਡ ਦਾ ਸਹਿਯੋਗ, ਆਲੇ ਦੁਆਲੇ ਦੇ ਲੋਕਾਂ ਦਾ ਸਹਿਯੋਗ ਆ? ਪਿੰਡ ਦਾ ਤੇ ਖਾਸ ਸਹਿਯੋਗ ਨਹੀਂ ਹੈ।
ਸਰਪੰਚ ਕਦੀ ਕਦੀ ਆ ਜਾਂਦੇ ਨੇ, ਲੇਕਿਨ ਸਾਡੇ ਕੋਲ ਜਿਹੜੀ ਪਟਿਆਲੇ ਦੀ ਜਿਹੜੀ ਜਨਤਾ ਉਹਨਾਂ ਦਾ ਬੜਾ ਸਹਿਯੋਗ ਹੈ। ਉਹ ਟਾਈਮ ਟੂ ਟਾਈਮ ਸਾਨੂੰ ਅੱਛੀ ਡੋਨੇਸ਼ਨ ਦਿੰਦੇ ਨੇ, ਈਵਨ ਡਾਕਟਰਸ ਦੇ ਰਹੇ ਨੇ। ਪਿਛਲੇ ਥੋੜ੍ਹੇ ਦਿਨਾਂ 'ਚ ਇੱਕ ਡਾਕਟਰ ਕੁਸੁਮ ਮਹਾਜਨ ਨੇ ਸਾਨੂੰ 70,000 ਰੁਪਇਆ ਦਿੱਤਾ। ਇੱਕ ਲੇਡੀ ਹੋਰ ਆਈ, ਉਹਨਾਂ ਨੇ 15 ਲੱਖ ਦਿੱਤਾ, ਜਿਹਦੇ ਨਾਲ ਅਸੀਂ ਹਾਲ ਤਿਆਰ ਕਰ ਲਿਆ ਔਰ ਸਾਰਾ ਕੁਝ ਰੈਨੋਵੇਟ ਕੀਤਾ। ਕਿੰਨੇ ਬਜ਼ੁਰਗ ਰਹਿ ਰਹੇ ਨੇ ਇੱਥੇ ਇਸ ਆਸ਼ਰਮ ਦੇ ਅੰਦਰ, ਬਿਰਧ ਆਸ਼ਰਮ 'ਚ? ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਦੋਂ ਕਿੰਨੇ ਸੀ, ਹੁਣ ਕਿੰਨੇ ਨੇ? ਉਦੋਂ ਕਿੰਨੇ ਕਮਰੇ ਸੀ, ਹੁਣ ਕਿੰਨੇ ਨੇ? ਜਦੋਂ ਸ਼ੁਰੂ ਹੋਇਆ ਉਦੋਂ ਤੇ ਹਾਲ ਸੀ ਔਰ 2 ਕਮਰੇ ਸੀ ਔਰ ਉਦੋਂ 12-13 ਬ੍ਰਿਧ ਸੀਗੇ, ਜਿਹ 'ਚੋਂ ਬ੍ਰਿਧ ਖੁਦ ਹੀ ਵਿਚਾਰੇ ਰੋਟੀ ਪਕਾ ਰਹੇ, ਖੁਦ ਹੀ ਆਪਣਾ ਖਿਆਲ ਕਰ ਰਹੇ ਸੀ। ਫਿਰ ਜਿਉਂ ਜਨਤਾ ਜੁੜਦੀ ਗਈ, ਅਸੀਂ ਕਮਰੇ ਹੋਰ ਬਣਾਏ ਤੇ ਸਾਰਿਆਂ ਨੂੰ ਇੱਕ ਕਮਰੇ 2-2 ਜਣੇ ਅਟੈਚਡ ਬਾਥਰੂਮ ਨਾਲ ਸ਼ਿਫਟ ਕਰਾਇਆ। ਬਾਕੀ ਜੋ ਸਾਡੇ ਕੋਲ ਹੋ ਸਕਦਾ ਹੈ, ਇਹ ਸਾਡੀ ਕਿੰਨੇ ਟੋਟਲ ਕਿੰਨੇ ਬਜ਼ੁਰਗ ਨੇ ਇੱਥੇ? ਇਸ ਵੇਲੇ 30 ਬਜ਼ੁਰਗ ਰਹਿ ਰਹੇ ਨੇ। ਸਾਡੇ ਕੋਲ ਕੈਪੈਸਿਟੀ 50 ਦੀ ਹੈ ਔਰ ਹਰ ਕਮਰੇ 'ਚ ਅਟੈਚ ਬਾਥਰੂਮ ਹੈ ਔਰ ਉਹਨਾਂ ਨੂੰ ਟਾਈਮ ਸਿਰ ਅਸੀਂ ਖਾਣਾ ਦੇਣਾ, ਸਭ ਕੁਝ ਟਾਈਮ ਸਿਰ ਹੋ ਰਿਹਾ। ਸਾਡੇ ਨਾਲ ਸੇਠੀ ਸਾਹਿਬ ਵੀ ਨੇ। ਸੇਠੀ ਸਾਹਿਬ, ਤੁਸੀਂ ਵੀ ਇਸ ਟਰਸਟ ਦੇ ਨਾਲ ਜੁੜੇ ਹੋਏ ਹੋ। ਤੁਹਾਨੂੰ ਉਦੋਂ ਤੁਸੀਂ ਜੁੜ ਗਏ ਸੀ ਜਦੋਂ ਉਰਮਿਲ ਕੁਮਾਰੀ, ਜਾਂ ਬਾਅਦ 'ਚੋਂ ਜੁੜੇ? ਔਰ ਕੀ ਹੁਣ ਤੱਕ ਤੁਹਾਡੀ ਰਿਹਾ ਇਸ ਭੂਮਿਕਾ ਕਿ ਉਰਮਿਲ ਜੀ ਦੀ ਭੂਮਿਕਾ ਕੀ ਰਹੀ? ਅਸੀਂ ਜੀ ਡੇ 1 ਤੋਂ, ਜਿਸ ਦਿਨ ਜਦੋਂ ਇਹਨਾਂ ਨੇ ਜ਼ਮੀਨ ਲਈ ਸੀ ਉਸ ਦਿਨ ਤੋਂ ਇਹਨਾਂ ਦੇ ਨਾਲ ਹੈਗੇ ਆ। ਔਰ ਉਰਮਿਲ ਜੀ ਇੱਕ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਭਲੇ ਲਈ ਲਗਾਈ ਹੈ ਜੀ। ਉਹਨਾਂ ਨੇ ਆਪਣਾ ਸਾਰਾ ਜੀਵਨ ਬੜਾ ਸਿੰਪਲ ਔਰ ਬਹੁਤ ਮਤਲਬ ਕਿ ਸਾਦਗੀ ਦਾ ਭਰਿਆ ਜੀਵਨ ਸੀ ਉਹਨਾਂ ਦਾ। ਔਰ ਉਹਨਾਂ ਨੇ ਜੋ ਕੰਟਰੀਬਿਊਟ ਕੀਤਾ ਸੋਸਾਇਟੀ ਨੂੰ, ਅੱਜ ਉਹਨਾਂ ਨੂੰ ਅਸੀਂ ਟ੍ਰਿਬਿਊਟ ਇੱਕ ਦਿੱਤਾ ਹੈਗਾ ਆਪਣੇ ਵੱਲੋਂ। ਸਾਡੀ ਸਾਈਂ ਬਿਰਧ ਆਸ਼ਰਮ ਦੀ ਕਮੇਟੀ ਹੈ ਅੰਡਰ ਦਾ ਲੀਡਰਸ਼ਿਪ ਆਫ ਕਰਨਲ ਸਾਹਿਬ, ਜਿਹੜੀ ਕਿ ਪੂਰੀ ਕੋਸ਼ਿਸ਼ ਕਰਦੇ ਹੈ ਕਿ ਜੋ ਸਾਨੂੰ ਉਹ ਵਿਰਾਸਤ ਦੇ ਕੇ ਗਏ ਹਨ ਤਾਂ ਅਸੀਂ ਉਸ ਵਿਰਾਸਤ ਨੂੰ ਅੱਗੇ ਲੈ ਕੇ ਜਾਈਏ। ਤਾਂ ਉਹਨਾਂ ਦੀ ਲੈਗਸੀ ਨੂੰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਉਹਨਾਂ ਦੀ ਸੋਚ ਸੀ, ਜੋ ਉਹਨਾਂ ਦਾ ਵਿਜ਼ਨ ਸੀ, ਅਸੀਂ ਉਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਤਾਂ ਬਾਕੀ ਦੇਖੋ ਜੀ, ਲੋਕਾਂ ਦੀ ਤਾਂ ਬਹੁਤ ਜ਼ਿਆਦਾ ਕੋਆਪਰੇਸ਼ਨ ਹੈਗੀ ਹੈ। ਹੁਣ ਸਾਡੇ ਕੋਲ ਇੱਥੇ ਅੱਜ ਇਨਫਰਾਸਟ੍ਰਕਚਰ ਨੂੰ ਦੇਖਿਆ ਜਾਏ ਤਾਂ ਜਿਸ ਤਰ੍ਹਾਂ ਮੈਡਮ ਜੀ ਨੇ ਦੱਸਿਆ ਕਿ 25 ਕਮਰੇ ਹਨ, ਸਭ ਦੇ ਨਾਲ ਅਟੈਚ ਬਾਥਰੂਮ ਹਨ ਔਰ ਪੂਰੇ ਫੁੱਲੀ ਰੈਨੋਵੇਟਡ ਰੂਮਸ ਹੈਗੇ। ਸਾਡੇ ਕੋਲ ਜਨਰੇਟਰ ਸੈੱਟ ਹੈਗਾ, ਸੋਲਰ ਸਿਸਟਮ ਲੱਗਿਆ ਹੋਇਆ ਜੀ, ਹੀਟ ਐਂਡ ਮਤਲਬ ਕੋਲਡ ਐਂਡ ਆਪਣਾ ਜਿਹੜਾ ਵਾਟਰ ਹੈਗਾ ਉਹ 24 ਆਵਰ ਹੈਗਾ। ਮਤਲਬ ਹਰ ਫੈਸਿਲਿਟੀ ਇੱਥੇ ਹੈਗੀ ਹੈ। ਕਪੂਰ ਸਾਹਿਬ ਵੀ ਨੇ। ਕਪੂਰ ਸਾਹਿਬ, ਲੋਕਾਂ ਦਾ ਸਹਿਯੋਗ ਰਹਿੰਦਾ ਹੈਗਾ, ਉਹਨਾਂ ਨੇ ਤਾਂ ਪੂਰੀ ਪੂੰਜੀ ਆਪਣੀ ਲੋਕਾਂ ਦੇ ਲੇਖੇ ਲਾਤੀ, ਕਿ ਸਮਾਜ ਦਾ ਵੀ ਉਸ ਤਰ੍ਹਾਂ ਦਾ ਰਹਿੰਦਾ? ਇਹੋ ਜਿਹੇ ਲੋਕ ਘੱਟ ਹੁੰਦੇ ਨੇ ਸਮਾਜ 'ਚ। ਆਪਾਂ ਸ਼ੁਰੂ ਤੋਂ ਦੇਖ ਲਓ, ਸਾਡਾ ਸਮਾਜ ਗੁਰੂ ਸਾਹਿਬਾਨ ਦੇ ਟਾਈਮ ਦੇਖ ਲਓ, ਘੱਟ ਹੀ ਲੋਕ ਹੁੰਦੇ ਨੇ ਇਹ ਜਿਹੇ। ਬਹੁਤ ਘੱਟ ਲੋਕ ਹੁੰਦੇ ਨੇ ਜੀ ਇਹੋ ਜਿਹੀ ਸੋਚ ਵਾਲੇ। ਹਾਲਾਂਕਿ ਹੋਣਾ ਚਾਹੀਦਾ ਸਾਰਿਆਂ ਨੂੰ, ਲੇਕਿਨ ਇਹ ਵੀ ਬਹੁਤ ਘੱਟ ਸੋਚ ਇਹੋ ਜਿਹੀ ਰੱਖਦੇ ਨੇ ਜਿਹੜੇ ਟੋਟਲੀ ਡੈਡੀਕੇਟਿਡ ਹੁੰਦੇ ਨੇ ਸੁਸਾਇਟੀ ਨੂੰ। ਤੇ ਇਹ ਤਾਂ ਬਿਲਕੁਲ ਹੀ ਟੋਟਲੀ ਡੈਡੀਕੇਟਿਡ ਇਜ਼ ਰਾਈਟ ਫਰੋਮ ਡੇ 1, ਜਦੋਂ ਤੋਂ ਅਸੀਂ ਇਹਨਾਂ ਨੂੰ ਬਚਪਨ ਤੋਂ ਜਾਣਦੇ ਆ ਇਹਨਾਂ ਨੂੰ, ਕਿਉਂਕਿ ਅਸੀਂ ਉਹਨਾਂ ਦੀ ਰਿਲੇਸ਼ਨ ਦੇ ਵਿੱਚੋਂ ਵੀ ਹੈਗੇ ਹਾਂ। ਇਸ ਕਰਕੇ ਅਸੀਂ ਉਹਨੂੰ ਜਦ ਅਸੀਂ ਵੱਡੇ ਹੋਏ ਹਾਂ, ਅਸੀਂ ਉਦੋਂ ਤੋਂ ਦੇਖ ਰਹੇ ਹਾਂ, ਉਦੋਂ ਤੋਂ ਹੀ ਇਹ ਆਪਣੀ ਜਿਹੜੀ ਹੈ ਇਹਨਾਂ ਦਾ ਇਨਕਲੀਨੇਸ਼ਨ ਹੈ ਉਹ ਹੈ ਸਮਾਜ ਸੇਵਾ ਵਾਲੇ ਪਾਸੇ। ਇਹਨਾਂ ਨੇ ਸ਼ਾਦੀ ਕੀਤੀ ਨਹੀਂ ਸੀ, ਆਪਣਾ ਸਾਰਾ ਜੀਵਨ ਇਹਨਾਂ ਨੇ ਮਤਲਬ ਲੋਕਾਂ ਦੀ ਸੇਵਾ, ਪਹਿਲਾਂ ਰਿਸ਼ਤੇਦਾਰੀ ਦੇ ਵਿੱਚ ਜੋ ਵੀ ਕੋਈ ਗਰੀਬ ਸੀ ਉਹਦੀ ਸੇਵਾ ਕੀਤੀ, ਫਿਰ ਆਸ-ਪਾਸ ਵਾਲਿਆਂ ਦੀ ਗਲੀ ਗੁਆਂਢ 'ਚ ਸੇਵਾ ਕੀਤੀ, ਫਿਰ ਉਸ ਤੋਂ ਬਾਅਦ ਇੱਥੇ ਆ ਕੇ ਜਦੋਂ ਉਹਨਾਂ ਨੇ ਆਸ਼ਰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਸਾਨੂੰ ਜੋੜ ਕੇ ਨਾਲ ਅਸੀਂ ਟਰਸਟ ਬਣਾ ਕੇ ਇਹਦਾ ਜੋ ਉਹਨਾਂ ਨੇ ਬੂਟਾ ਲਾਇਆ ਉਸ ਬੂਟੇ ਨੂੰ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਕਿ ਇਹ ਬੂਟਾ ਜਿਹੜਾ ਹੈ ਇਹ ਵਧੇ ਫੁੱਲੇ ਔਰ ਪੂਰਾ ਇਹਨੂੰ ਇੱਕ ਕਿਸਮ ਦਾ ਇਹ ਯਾਦਗਾਰੀ ਚੀਜ਼ ਬਣ ਗਈ ਔਰ ਬਣ ਵੀ ਚੁੱਕੀ ਹੈ। ਤੁਸੀਂ ਦੇਖ ਹੀ ਚੁੱਕੇ ਸਾਰਾ ਇਨਫਰਾਸਟ੍ਰਕਚਰ ਜਿਤਨਾ ਬਣ ਚੁੱਕਾ ਹੈ। ਇਸ ਤੋਂ ਵੀ ਹੋਰ ਸਾਡੇ ਕੋਲ ਹਾਲੇ ਹੋਰ ਕੈਪੈਸਿਟੀ ਹੈ। ਅਸੀਂ ਇਹਦੀ ਜਿਹੜੀ ਕੈਪੈਸਿਟੀ ਅਪ ਟੂ 100 ਤੱਕ ਵੀ ਕੈਨ ਅਫੋਰਡ, ਕਿਉਂਕਿ ਸਾਡੇ ਕੋਲ 1600 ਗਜ ਜਗ੍ਹਾ ਇੱਥੇ ਹੈਗੀ ਹੈ। ਇਸ ਵੇਲੇ ਤਕਰੀਬਨ ਫਸਟ ਫਲੋਰ ਬਣਾਇਆ, ਇੱਕ ਫਲੋਰ ਸਾਡੇ ਕੋਲ ਹੋਰ ਬਣਾਉਣ ਦੀ ਸਾਡੇ ਕੋਲ ਹਾਲੇ ਪ੍ਰੋਵੀਜ਼ਨ ਹੈਗੀ ਹੈ। ਜਿਵੇਂ ਡੋਨਰ ਸਾਡੇ ਨਾਲ ਜੁੜਨਗੇ ਉਵੇਂ ਅਸੀਂ ਜਿਹੜਾ ਹੈ ਇਸ ਨੂੰ ਅੱਗੇ ਹੋਰ ਵਧਾਵਾਂਗੇ। ਲੱਗਦਾ ਜੀ ਬਾਕੀ ਉਹਨਾਂ ਦੇ ਜਿਹੜੇ ਸਾਰੇ ਯਾਦ ਕਰਦੇ ਨੇ ਉਹਨਾਂ ਨੂੰ, ਕਿਉਂਕਿ ਇੱਕ ਕੰਟਰੀਬਿਊਸ਼ਨ ਇਹ ਆ ਬਿਰਧ ਆਸ਼ਰਮ, ਇੱਕ ਆਪਣੇ ਆਪ 'ਚ ਪਹਿਲ ਕਦਮੀ ਹੈ ਕਿ ਆਪਦੀ ਜਮ੍ਹਾਂ ਪੂੰਜੀ ਵੀ ਸਾਰੀ ਉਹਨਾਂ ਨੇ ਇਸ ਲੇਖੇ ਲਾਈ। ਪਬਲਿਕ ਦੇ ਵਿੱਚ ਸਿਸਟਰ ਉਰਮਿਲ ਜੀ ਦਾ ਬਹੁਤ ਦੇਰ ਤੋਂ ਅਸੀਂ ਨਾਂ ਸੁਣਦੇ ਆਏ ਹਾਂ। ਸਮਾਜ ਸੇਵਾ ਦੇ ਵਿੱਚ ਉਹਨਾਂ ਨੇ ਸਮਾਜ ਦੀ ਭਲਾਈ ਵਾਸਤੇ ਜੋ ਵੀ ਕੰਮ ਕਰਿਆ ਉਹ ਇੱਕ ਸ਼ਲਾਘਾਯੋਗ ਕਦਮ ਹੈ। ਇੱਥੇ ਸਾਰੀਆਂ ਸਹੂਲਤਾਂ ਖਾਣੇ ਦੀ ਦੇ ਨਾਲ ਹਰੇਕ ਜੋ ਇੱਥੇ ਰਹਿ ਰਿਹਾ ਉਹਦੇ ਸਿਹਤ ਵਾਸਤੇ, ਉਹਦੀ ਬਿਮਾਰੀ ਨੂੰ ਦੇਖਣ ਵਾਸਤੇ ਜੋ ਵੀ ਉਹ ਇੱਥੇ ਕਰ ਸਕਦੇ ਨੇ ਉਹ ਮੈਕਸੀਮਮ ਤੋਂ ਮੈਕਸੀਮਮ ਕੀਤਾ ਹੋਇਆ ਹੈ। ਅਤੇ ਅਸੀਂ ਉਹਨਾਂ ਨੂੰ ਕੁਛ ਦੇ ਤਾਂ ਨਹੀਂ ਸਕਦੇ, ਪਰ ਸਾਡਾ ਉਹਨਾਂ ਵਾਸਤੇ ਅੱਜ ਇੱਥੇ ਆਉਣਾ, ਤੁਹਾਡਾ ਆਉਣਾ, ਸਾਨੂੰ ਇਹ ਬੜੀ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਯਾਦ ਕਰਕੇ
ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇ ਸਕਦੇ ਹਾਂ। ਇਹੀ ਇੱਕ ਸ਼ਰਧਾਂਜਲੀ ਹੈ ਸਾਡੀ। ਸਾਡੇ ਨਾਲ ਕੁਲਦੀਪ ਜੀ ਵੀ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂਗੇ ਬਕਾਇਦਾ ਤੌਰ ਤੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਕੰਟਰੀਬਿਊਸ਼ਨ ਰਿਹਾ। ਤੁਸੀਂ ਦੱਸ ਰਹੇ ਸੀਗੇ ਕਿ TR ਸ਼ਰਮਾ ਹੋਰੀ ਜਿਹੜੇ ਬੜੇ ਵੱਡੇ ਐਜੂਕੇਸ਼ਨਿਸਟ ਹੋਏ ਨੇ, ਉਹਨਾਂ ਦੇ ਘਰ ਦੇ ਸਾਹਮਣੇ ਹੀ ਰਹਿੰਦੇ ਸੀਗੇ। ਇਹ ਜਾਗ ਇਹਨਾਂ ਨੂੰ ਕਿੱਥੋਂ ਲੱਗੀ, ਕਿੱਥੋਂ ਇਹ ਲੱਗਿਆ ਕਿ ਨਹੀਂ ਆਪਣੇ ਨਾਲੋਂ ਵੱਧ ਸਮਾਜ ਇੰਪੋਰਟੈਂਟ ਆ? ਮੇਰਾ ਹਰ ਰੋਜ਼ ਮੈਂ ਨਾ ਡਾਕਟਰ TR ਸ਼ਰਮਾ ਨੂੰ ਮਿਲਣ ਜਾਂਦਾ ਸੀ ਮਾਡਲ ਟਾਊਨ 'ਚ। ਉਹਦੇ ਸਾਹਮਣੇ ਪ੍ਰਾਇਮਰੀ ਸਕੂਲ ਜਿਹੜਾ ਸੀ, ਜਿੱਥੇ ਬਹੁਤ ਹੀ ਦਲਿਤ, ਗਰੀਬ, ਮਜ਼ਦੂਰਾਂ ਦੇ ਬੱਚੇ ਉਹ ਪੜ੍ਹਦੇ ਸੀਗੇ। ਤੇ ਡਾਕਟਰ TR ਸ਼ਰਮਾ ਵੀ ਜਦੋਂ ਫ੍ਰੀ, ਜਿੰਨੇ ਵੀ ਉਹਨਾਂ ਕੋਲ ਕੋਈ ਥੋੜ੍ਹੀ ਬਹੁਤੀ ਪੂੰਜੀ ਹੁੰਦੀ ਸੀ, ਉਹ ਸਕੂਲ ਦੇ ਬੱਚਿਆਂ ਦੇ, ਗਰੀਬਾਂ ਦੇ ਕੋਈ ਬੂਟ ਪਾਤੇ, ਕੋਈ ਕੱਪੜੇ ਪਾਤੇ। ਤੇ ਉਰਮਿਲਾ ਕੁਮਾਰੀ ਉਹਨਾਂ ਨਾਲ ਜਦੋਂ ਵੀ ਉਹਨਾਂ ਨੇ ਬੈਠਣਾ, ਗੱਲ ਕਰਨੀ, ਤਾਂ ਉਹਨਾਂ ਨੇ ਉਸ ਕਿਸਮ ਦੀ ਕਮਿਟਮੈਂਟ ਦਾ ਇਜ਼ਹਾਰ ਕਰਨਾ। ਤੇ ਲਗਾਤਾਰ ਸਕੂਲ ਦੇ ਵਿੱਚ ਵੀ ਉਹਨਾਂ ਨੇ ਇਸ ਕਿਸਮ ਦੇ ਕਾਰਜ ਕਰਦੇ ਸੀ। ਕਹਿਣ ਦਾ ਭਾਵ ਆ ਕਿ ਮੈਂ ਇੰਨੇ ਡੈਡੀਕੇਟਡ ਪ੍ਰਾਇਮਰੀ ਸਕੂਲ ਅਧਿਆਪਕ ਬਹੁਤ ਘੱਟ ਦੇਖੇ ਨੇ। ਤੇ ਉਹਨਾਂ ਵਿੱਚੋਂ ਇੱਕ ਬਹੁਤ ਹੀ ਪ੍ਰਤਿਬੱਧਤਾ ਵਾਲੇ ਸੀਗੇ ਜਿਹੜੇ ਲਗਾਤਾਰ ਕੰਮ ਕਰਦੇ ਸੀ। ਉਹਨਾਂ ਨੂੰ ਦੇਖ ਕੇ ਡਾਕਟਰ TR ਸ਼ਰਮਾ ਨੇ, ਪ੍ਰਾਇਮਰੀ ਸਕੂਲਾਂ ਦੀ ਉਦੋਂ ਵਿਵਸਥਾ ਬੜੀ ਟੇਢੀ ਸੀ, ਮੈਨੂੰ ਕਹਿੰਦੇ ਕੁਲਦੀਪ ਜੇ ਮੇਰੇ ਅੰਤਲੇ ਸਵਾਸ ਨਿਕਲਣ ਤਾਂ ਮੇਰੀ ਦਿਲੀ ਇੱਛਾ ਮੈਂ ਕਿਸੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਹੀ ਕਹਿੰਦਾ ਮੇਰੀ ਡੈਥ ਹੋਵੇ, ਮੈਂ ਉੱਥੇ ਹੀ ਜਾ ਕੇ ਮੈਂ ਖਤਮ ਹੋਵਾਂ। ਵੀ ਇੰਨੀ ਕਮਿਟਡ ਨਾ ਉਹ ਕਿਉਂਕਿ ਉਹ ਕਹਿੰਦੇ ਸਾਰੀ ਸਾਡੀ ਪੂੰਜੀ ਹੈ ਜਿਹੜੀ ਸਾਰੀ ਦੀ ਸਾਰੀ ਪ੍ਰਾਇਮਰੀ ਸਕੂਲਾਂ 'ਚੋਂ ਜੁੜਦੀ ਆ। ਉਰਮਿਲਾ ਕੁਮਾਰੀ ਨੇ ਕੋਈ ਪ੍ਰਮੋਸ਼ਨਾਂ, ਕੋਈ ਤਰੱਕੀਆਂ ਨਹੀਂ ਲਈਆਂ, ਕੁਛ ਨਹੀਂ, ਉਹ ਪ੍ਰਾਇਮਰੀ ਸਕੂਲ 'ਚ ਹੀ ਪੜ੍ਹਾਉਂਦੇ ਰਹੇ। ਇੱਥੇ ਵੀ ਵਾਹ ਜਿਹੜਾ ਮੇਰਾ ਬਾਅਦ 'ਚ ਪੈਂਦਾ ਰਿਹਾ, ਕਿਉਂਕਿ ਪ੍ਰਿੰਸੀਪਲ ਸ਼ਰਮਾ ਜੀ ਨਾਲ ਇਹਨਾਂ ਦੇ ਪਤੀ ਬੜੇ ਸਮਾਜ ਕਮਿਟਡ ਨੇ, ਡਾਕਟਰ ਪਿਆਰੇ ਮੋਹਨ ਹੋਣੀ। ਇਸ ਕਰਕੇ ਮੈਂ ਲਗਾਤਾਰ ਉਸ ਦਿਨ ਤੋਂ ਜਦੋਂ ਇਹ ਕਮਰੇ ਸਟਾਰਟ ਹੋਏ ਆ, ਇਸ ਸੰਸਥਾ ਨਾਲ ਸਿੱਧੇ ਜਾਂ ਸਿੱਧੇ ਰੂਪ 'ਚ ਜੁੜਿਆ ਹੋਇਆ। ਤੇ ਮੈਂ ਸਮਝਦਾ ਕਿ ਇਸ ਕਿਸਮ ਦੇ ਅਧਿਆਪਕ ਜਿਹੜੇ ਪ੍ਰਤੀਬੱਧ ਨੇ, ਇਹ ਚਾਨਣ ਮਨਾਰਾ ਨੇ ਇਸ ਵੇਲੇ ਕਿ ਜਦੋਂ ਅਸੀਂ ਡਾਕਟਰ S ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਮਨਾ ਰਹੇ ਹਾਂ, ਉਸ ਦਿਨ ਦੀ ਐਡੀ ਵੱਡੀ ਸ਼ਰਧਾਂਜਲੀ ਤੇ ਐਡੀ ਵੱਡੀ ਪ੍ਰੇਰਨਾ ਦਾ ਸਰੋਤ ਕੋਈ ਨਹੀਂ ਹੋ ਸਕਦਾ ਜਦੋਂ ਅਸੀਂ ਇੱਕ ਅਧਿਆਪਕਾਂ ਜਿਨ੍ਹਾਂ ਦਾ ਸਮਾਜ 'ਚ ਇੰਨਾ ਕੰਮ ਆ ਕਿ ਉਹਨਾਂ ਦਾ ਬੁੱਤ ਲਗਾ ਕੇ ਇਹ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਜਿਹੜੇ ਛੋਟੇ ਛੋਟੇ ਸਮਾਜਾਂ ਦੇ ਵਿੱਚ ਜੁੜੇ ਹੋਏ ਕਾਰਜ ਕਰਦੇ ਅਧਿਆਪਕ ਨੇ, ਉਹ ਅਧਿਆਪਕ ਦਿਵਸ 'ਤੇ ਇਹਨਾਂ ਤੋਂ ਪ੍ਰੇਰਨਾ ਲੈਣਗੇ। ਜਿੱਥੇ ਵੀ ਜਿਹੜੀ ਸਥਾਨ 'ਚ ਜਿੱਥੇ ਬੈਠ ਕੇ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹਨਾਂ ਨੂੰ ਆਪਣੇ ਸਮਝ ਕੇ ਇੱਕ ਨਵੇਂ ਕਿਸਮ ਦੀ ਪੰਜਾਬ ਦੀ ਸਿਰਜਣਾ 'ਚ ਯੋਗਦਾਨ ਪਾਉਣਗੇ। ਮੇਰੀ ਇਹੀ ਦਿਲੀ ਇੱਛਾ। ਤੇ ਮੈਂ ਇਸ ਮੌਕੇ ਇਹ ਐਗਜ਼ਾਮਪਲਾਂ ਦੀ ਵੀ ਤੁਹਾਨੂੰ ਕੀ ਲੱਗਦਾ ਬਹੁਤ ਘੱਟ ਇਹ ਕਿਉਂ ਬਣਦੀਆਂ ਨੇ? ਕਿ ਮਤਲਬ ਜਿਵੇਂ ਉਰਮਲ ਜੀ ਹੈ, ਇਹ ਜਿਹੇ ਬਹੁਤ ਥੋੜ੍ਹੇ ਅਧਿਆਪਕ ਹੋਣਗੇ ਜਿਨ੍ਹਾਂ ਨੇ ਇੰਨਾ ਵੱਡਾ ਕੰਟਰੀਬਿਊਸ਼ਨ ਤੇ ਇੰਨਾ ਵੱਡਾ ਜਿਹੜਾ ਉਹ ਲੱਗਿਆ ਹੈਗਾ। ਤੁਹਾਨੂੰ ਕੀ ਲੱਗਦਾ ਹੈਗਾ ਹੋਰ ਲੋੜ ਹੈ ਇਸ ਤਰ੍ਹਾਂ ਦੀਆਂ ਗੱਲਾਂ ਦੀ? ਇਹਦੇ 'ਚ ਇਹ ਆ ਕਿ ਇੱਕ ਬਹੁਤ ਜ਼ਿਆਦਾ ਜਿਹੜੀ ਲਹਿਰ ਆ, ਜੇ ਸਮਾਜ 'ਚ ਅਸੀਂ ਪੋਜ਼ੀਟਿਵਲੀ ਅਧਿਆਪਕਾਂ ਨੂੰ ਇਹੋ ਜਿਹਾ ਨੂੰ ਸਥਾਪਿਤ ਕਰਾਂਗੇ, ਹੌਲੀ ਹੌਲੀ ਲੋਕ ਉਸ ਸਥਾਪਤੀ ਵੱਲ ਨੂੰ ਆ ਜਾਂਦੇ ਨੇ। ਜੇ ਅਸੀਂ ਅਧਿਆਪਕ ਦਾ ਸਮਾਜ 'ਚੋਂ ਨਕਦਰੀ ਕਰ ਦਿਆਂਗੇ, ਉਹਦਾ ਕ੍ਰਿਟਿਸਿਜ਼ਮ ਕਰੀ ਜਾਵਾਂਗੇ, ਹੌਲੀ ਹੌਲੀ ਵਿਚਾਰਾ ਉਹ ਡਿਪਰੈਸ ਹੋ ਜਾਊਗਾ। ਇੱਕੋ ਹੀ ਮੈਂ ਸਮਝਦਾ ਉਹਨਾਂ ਅਧਿਆਪਕ ਆ ਜਿਹੜਾ ਕਹਿੰਦਾ ਮੇਰੇ 'ਚ ਨਿਘਾਰ ਨਹੀਂ ਆਉਣਾ ਚਾਹੀਦਾ, ਮੈਂ ਕੁਛ ਕਰਨਾ ਚਾਹੁੰਦਾ, ਕਿਉਂਕਿ ਉਹ ਤਾਂ ਜਿੰਦਾ ਜਿਹੜੇ ਬੱਚੇ ਨੇ ਸਾਹਮਣੇ ਜਿਹੜੇ ਕੋਈ ਨਾ ਕੋਈ ਕਰਨਾ ਚਾਹੁੰਦੇ ਆ, ਉਹਨਾਂ ਦੇ ਸਾਹਮਣੇ ਬੈਠਦਾ ਅਤੇ ਉਹਨਾਂ ਨੂੰ ਰੋਸ਼ਨੀ ਪ੍ਰਦਾਨ ਕਰਦਾ। ਜੇ ਟੀਚਰ ਮਾੜਾ ਹੁੰਦਾ ਤਾਂ ਉਹਨੂੰ ਵੀ ਲੱਗਦਾ ਵੀ ਮੈਂ ਨਾ ਸਮਾਜ ਦਾ ਕੁਝ ਕਰ ਸਕਦਾ। ਜਿਵੇਂ ਇੱਕ ਬਹੁਤ ਵਧੀਆ ਕਿਸੇ ਨੇ ਲਿਖਿਆ ਸੀ, ਕਹਿੰਦੇ ਕਿਸੇ ਦੀਆਂ ਗਲਤੀਆਂ ਕਬਰਾਂ 'ਚ ਖਤਮ ਹੋ ਜਾਂਦੀਆਂ, ਸਮਾਜ ਅਧਿਆਪਕ ਤੋਂ ਆਸ ਰੱਖਦਾ ਵੀ ਕੋਈ ਵੀ ਅਧਿਆਪਕ ਚਾਹੁੰਦਾ ਮੇਰੇ ਤੋਂ ਕੋਈ ਗਲਤੀ ਨਾ ਹੋਵੇ, ਕਿਉਂਕਿ ਉਹਨੂੰ ਲਗਾਤਾਰ ਉਹਨੇ ਇੱਕ ਸਮਾਜ 'ਚ ਇਹੋ ਜਿਹਾ ਸਿਰਜਣਾ ਕਰਨੀ ਹੁੰਦੀ ਹੈ। ਸੋ ਬਹੁਤ ਅਧਿਆਪਕ ਨੇ, ਮੈਂ ਪੇਂਡੂ ਖੇਤਰ ਦੇ ਵਿੱਚ ਖੋਜ ਕਰਦਾ ਦੇਖਿਆ, ਦੂਰ ਤੱਕ ਸਕੂਲ ਮਿਲਦੇ ਨੇ। ਮੈਂ ਕੋਵਿਡ-19 ਦੇ ਦੌਰਾਨ ਵੀ ਬਹੁਤ ਸਕੂਲਾਂ 'ਚ ਗਿਆ, ਟੀਚਰ ਲੱਗੇ ਹੁੰਦੇ ਸੀ, ਕਿਸੇ ਨੇ ਕੋਈ ਡਰਾਇੰਗ ਕਰ ਰਿਹਾ, ਕੋਈ ਪੇਂਟਿੰਗ ਕਰ ਰਿਹਾ, ਕੋਈ ਰੰਗ ਕਰ ਰਿਹਾ, ਉਹਨਾਂ ਨੂੰ ਇਹ ਵੀ ਸੰਕਟ ਹੈ ਕਿ ਪਹਿਲਾਂ ਪਿੰਡਾਂ ਹੁਣ ਅਧਿਆਪਕਾਂ ਨੂੰ ਲੱਗਦਾ ਮੈਂ 15 ਕਿਲੋਮੀਟਰ ਦੂਰ ਵੀ ਨਾ ਜਾਵਾਂ, ਮੈਨੂੰ ਮੋਹਾਲੀ ਵੀ ਰੱਖੋ, ਸ਼ਹਿਰ 'ਚ ਹੀ ਰੱਖੋ। ਬੜੇ ਅਫਸਰਾਂ ਦੀਆਂ ਘਰ ਵਾਲੀਆਂ ਅਧਿਆਪਕਾਵਾਂ ਨੇ ਜਿਹੜੇ ਉੱਥੇ ਮਤਲਬ ਮੈਂ ਇਹ ਕਹਿ ਰਿਹਾ ਇਹ ਸੰਕਟ ਵੀ ਹੈ। ਕਦੇ ਇਹ ਸੀਗਾ 60-70 ਵਾਲਾ ਦੌਰ ਕਿ ਅਧਿਆਪਕਾਂ ਨੇ ਪੰਜਾਬ ਖੜਾ ਕੀਤਾ, ਸਾਰੇ ਜਿਹੜੇ ਉਦੋਂ ਦੇ ਪੜ੍ਹੇ ਲਿਖੇ ਬੰਦੇ ਨੇ ਉਹ ਅਧਿਆਪਕਾਂ ਦੇ ਮਤਲਬ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਸੀਗੇ। ਇਹ ਸੰਕਟ ਵੀ ਤਾਂ ਪੈਦਾ ਹੋਇਆ। ਇਹ ਜਿਹੜਾ ਸੰਕਟ ਆ ਨਾ ਰਾਜਵਿੰਦਰ, ਉਹਦੇ 'ਚੋਂ ਜਿਸ ਪੱਧਰ 'ਤੇ ਸੰਕਟ ਆ ਇਹ, ਉਹਨੇ ਨਾਲ ਦੀ ਨਾਲ, ਕਿਉਂਕਿ ਪਿਛਲੇ ਸਮੇਂ 'ਚ ਇੱਕ ਜ਼ਰੂਰ ਆ ਕਿ ਜੋ ਟੀਚਰਾਂ ਨੂੰ ਅਸੀਂ ਉਤਸ਼ਾਹਿਤ ਕਰਾਂਗੇ, ਪ੍ਰੇਰਿਤ ਕਰਾਂਗੇ, ਉਹ ਅਰਬਨਾਈਜੇਸ਼ਨ ਨਾਲ ਹੋਰ ਸ਼ਹਿਰਾਂ ਦੇ ਨੇੜੇ ਆ ਗਏ, ਪਰ ਦੂਰ ਦਰੇਡੇ ਹਲੇ ਵੀ ਆ। ਮੈਂ ਦੇਖਦਾ ਹੁੰਦਾ ਕਿ ਮਾਨਸਾ ਡਿਸਟ੍ਰਿਕਟ ਦੇ ਮੈਂ ਕਈ ਸਕੂਲ ਵਿਜ਼ਿਟ ਕੀਤੇ ਆ, ਉਸ ਤਰ੍ਹਾਂ ਹੋਰ ਪੰਜਾਬ ਦੇ ਵਿੱਚ ਸਕੂਲ ਨੇ, ਈਵਨ ਬਾਰਡਰ 'ਤੇ ਨੇ,
ਹੁਣ ਇਹ ਇੰਨੇ ਸੁੰਦਰ ਥਾਵਾਂ ਬਣਦੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਸਕੂਲਾਂ ਦੀ, ਉਹ ਇੱਕ ਦੂਜੇ ਟੀਚਰ ਨੂੰ ਦੇਖ ਕੇ ਜਿਹੜੀ ਨਵੀਂ ਯੰਗ ਜਨਰੇਸ਼ਨ ਆ, ਮੇਰੇ ਕੋਲੇ ਮੇਰੇ 15 ਰਿਸਰਚ ਸਕਾਲਰ ਆ ਜਿਹੜੇ 15 ਹੀ ਟੀਚਰ ਲੱਗੇ ਨੇ। ਮੈਨੂੰ ਪਤਾ ਵੀ ਜਦੋਂ ਉਹ ਜਾ ਕੇ ਜਿਸ ਸਕੂਲ 'ਚ ਲੱਗੇ ਨੇ ਮੈਂ ਉਹਨਾਂ ਤੋਂ ਰਿਪੋਰਟ ਪੁੱਛਦਾ ਵੀ ਕਿਸ ਕਿਸਮ ਦੇ। ਦੂਸਰੀ ਉਹਨਾਂ ਨੂੰ ਕਹਿਣਾ ਜਿਹੜੇ ਵੀ ਸਕੂਲ 'ਚ ਤੁਸੀਂ ਜਾਣਾ ਪਹਿਲਾਂ ਸਕੂਲ ਦੇ ਸਾਹਮਣੇ ਮੱਥਾ ਟੇਕਣਾ, ਅੰਦਰ ਜਾਣਾ। ਅਸੀਂ ਜਦੋਂ ਕਾਲਜ ਦੇ ਵਿੱਚ, ਮੈਂ ਸਟੇਟ ਕਾਲਜ ਦੀ ਇੱਕ ਪਰੰਪਰਾ ਸੀ ਕਿ ਟੀਚਰ ਐਂਟਰ ਕਰ ਲੱਗਾ ਉਹਨੂੰ ਨਮਸਕਾਰ ਕਰਦਾ ਸੀ, ਮੇਰੀ ਰਿਜ਼ਕ ਦਾ ਸਥਾਨ ਆ, ਮੈਂ ਇੱਥੇ ਕੋਈ ਤਬਦੀਲੀ ਕਰਨੀ ਆ। ਇਸ ਕਰਕੇ ਉਸ ਕਿਸਮ ਦੀਆਂ ਪਰੰਪਰਾਵਾਂ ਜਿਹੜੀਆਂ ਨੇ ਟੀਚਰਾਂ ਨੂੰ, ਸਮਾਜ ਨੂੰ ਜੇ ਅਸੀਂ ਖੜੀਆਂ ਕਰ ਲਾਂਗੇ ਤਾਂ ਇਹ ਅਧਿਆਪਕ ਦਿਵਸ ਦੇ ਮੌਕੇ 'ਤੇ ਮੈਨੂੰ ਲੱਗਦਾ ਇਹ ਉਰਮਿਲਾ ਦੇਵੀ ਸਾਡੀ ਅਧਿਆਪਕਾਂ ਨੇ ਜਿਹੜੇ ਐਡੇ ਵੱਡੀ ਸ਼ਰਧਾਂਜਲੀ ਹੋਵੇਗੀ। ਤਾਂ ਗੱਲਬਾਤ ਹੋਈ ਔਰ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ, ਇਹੀ ਸਭ ਤੋਂ ਵੱਡੀ ਗੱਲ ਹੈ ਕਿ ਸਮਾਜ ਦੀ ਟਰਾਂਸਫਾਰਮੇਸ਼ਨ ਦਾ ਮਸਲਾ, ਜਿਹੜੀ ਸਮਾਜਿਕ ਤਬਦੀਲੀ ਹੈ, ਸੋਸ਼ਲ ਟਰਾਂਸਫਾਰਮੇਸ਼ਨ, ਉਹ ਕਿਵੇਂ ਹੁੰਦੀ ਹੈ, ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਟੀਚਰਾਂ ਦਾ ਹੁੰਦਾ ਹੈ। ਪਰ ਟੀਚਰ ਜੇ ਆਪਣੀ ਅਸਲ ਭੂਮਿਕਾ ਨਿਭਾਉਣ ਤਾਂ ਉਰਮਿਲ ਕੁਮਾਰੀ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਸਕੂਲ 'ਚ ਪੜ੍ਹਾਉਂਦਿਆਂ ਹੋਇਆਂ ਵੀ, ਜਿਵੇਂ ਦੱਸਿਆ ਗਿਆ ਕਿ ਪ੍ਰਮੋਸ਼ਨ ਵੀ ਨਹੀਂ ਲਈ। ਪ੍ਰਾਇਮਰੀ, ਕਿਉਂਕਿ ਨੀਂਹ ਹੁੰਦੇ ਨੇ, ਪ੍ਰਾਇਮਰੀ ਸਕੂਲ ਨੀਂਹ ਹੁੰਦੇ ਨੇ ਕਿਸੇ ਸਮਾਜ ਦੀ, ਉਹ ਨੀਹਾਂ ਮਜ਼ਬੂਤ ਕਰਦੇ ਰਹੇ। ਜਦੋਂ ਸਕੂਲ ਤੋਂ ਬਾਹਰ ਆਏ ਤਾਂ ਉਦੋਂ ਵੀ ਲੱਗਿਆ ਕਿ ਨਹੀਂ, ਸਮਾਜ ਸੇਵਾ 'ਚ ਹਿੱਸਾ ਪਾਉਣਾ। ਇਸੇ ਕਰਕੇ ਉਹਨਾਂ ਦਾ ਬੁੱਤ ਲੱਗਿਆ, ਇਸੇ ਕਰਕੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਪ੍ਰੋ ਪੰਜਾਬ ਵੀ ਉਹਨਾਂ ਨੂੰ ਸਲਾਮ ਕਰਦਾ ਹੈ।